हालेलुया। आज एक बार फिर आप सबका स्वागत है आज संडे सर्विस ਦੇ ਵਿੱਚ। ਸੋ ਪਰਮੇਸ਼ਰ ਇੱਕ ਵਾਰ ਫਿਰ ਸਾਨੂੰ ਸੁੰਦਰ ਅਵਸਰ ਦਿੱਤਾ ਹੈ ਪਰ ਆਰਾਧਨਾ ਕਰਨ ਦੇ ਲਈ, ਪਰਮੇਸ਼ਰ ਦੀ ਮਹਿਮਾ ਕਰਨ ਦੇ ਲਈ। ਇਸ ਪੂਰੇ ਹਫਤਾ ਪਰਮੇਸ਼ਰ ਨੂੰ ਸੰਭਾਲ ਕੇ ਰੱਖਿਆ ਹੈ। ਅੱਜ ਇਸ ਨਵੇਂ ਹਫਤੇ ਦਾ ਪਹਿਲਾ ਦਿਨ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਂਦਾ ਹੈ। ਅਸੀਂ ਧੰਨਵਾਦ ਕਰਾਂਗੇ ਪਰਮੇਸ਼ਰ ਦਾ, ਉਸ ਦੀ ਔਰ ਸਾਡੀ ਸੁਰੱਖਿਆ ਕਰਨ ਦੇ ਲਈ ਆਪਣਾ ਹੱਥ ਦੇ ਕੇ ਰੱਖਣ ਦੀ ਪ੍ਰਭੂ ਧੰਨਵਾਦ ਕਰਾਂਗੇ ਔਰ ਧੰਨਵਾਦ ਕਰਾਂਗੇ ਪ੍ਰਭੂ ਇਸ ਪੂਰਾ ਹਫਤਾ ਸਾਨੂੰ ਸੰਭਾਲ ਕੇ ਰੱਖੇ, ਆਪਣੀ ਕਿਰਪਾ ਦੇ ਵਿੱਚ ਲੈ ਕੇ ਚੱਲੇ। ਔਰ ਉਸ ਦੇ ਨਾਲ ਅਸੀਂ ਪ੍ਰਾਰਥਨਾ ਕਰਾਂਗੇ ਕਿ ਅੱਜ ਜੋ ਬ੍ਰਦਰ ਸਾਡੇ ਆਰਾਧਨਾ ਦੇ ਵਿੱਚ ਅਗਵਾਈ ਕਰਨ ਲਈ ਜਾ ਰਹੇ ਹਨ, ਬ੍ਰਦਰ ਜੋਇਲ ਮਹਿਤਾ ਤੋਂ ਔਰ ਮਹਿਤਾ ਅੰਮ੍ਰਿਤਸਰ ਤੋਂ ਹਨ, ਅਸੀਂ ਉਹਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੀ ਆਰਾਧਨਾ ਕਰਾਂਗੇ। ਸੋ ਅਸੀਂ ਉਹਨਾਂ ਨੂੰ ਪ੍ਰਭੂ ਦੇ ਥਾਂ ਦਿਆਂਗੇ ਕਿ ਪ੍ਰਭੂ ਉਹਨਾਂ ਨੂੰ ਆਪਣੇ ਆਤਮਾ ਦਾ ਮਸਾ ਦੇ ਔਰ ਪ੍ਰਭੂ ਆਪਣੇ ਆਤਮਾ ਦੁਆਰਾ ਸਾਡੀ ਅਗਵਾਈ ਕਰੇ। ਸੋ ਇਹ ਅਸੀਂ ਉਸ ਦੇ ਲਈ ਪ੍ਰਾਰਥਨਾ ਕਰਾਂਗੇ ਔਰ ਅੱਜ ਦੇ ਸਮਾਂ ਸ਼ੁਰੂ ਕਰਾਂਗੇ। महान सामर्थ्य जीवित खुदावन ਤੁਹਾਡਾ ਧੰਨਵਾਦ ਕਰਦੇ ਅੱਜ ਇਸ ਦਿਨ ਦੇ ਲਈ, ਅੱਜ ਇਸ ਅਵਸਰ ਦੇ ਲਈ ਪ੍ਰਭੂ ਸਾਡੀ ਜ਼ਿੰਦਗੀ ਦਿੱਤਾ ਹੈ। ਪ੍ਰਭੂ ਤੁਹਾਡੀ ਕਿਰਪਾ ਇਸੇ ਪ੍ਰਕਾਰ ਸਾਡੇ ਸਾਹਮਣੇ ਤੇ ਬਣੀ ਰਹੇ ਪ੍ਰਭੂ ਜੀ। ਅਸੀਂ ਤੇਰੇ ਬੱਚੇ ਹਾਂ ਖੁਦਾवन ਔਰ ਤੇਰੇ ਵਿੱਚ ਬਣੇ ਰਹੀਏ ਪਰਮੇਸ਼ਰ, ਤੇਰੇ ਕਲਾਮ ਦੇ ਵਿੱਚ ਬਣੇ ਰਹੀਏ ਪਰਮੇਸ਼ਰ, ਤੇਰੀ ਮਹਿਮਾ ਕਰਦੇ ਰਹੀਏ ਖੁਦਾवन, ਤੇਰੀ ਉਸਤਤ ਕਰਦੇ ਰਹੀਏ ਪ੍ਰਭੂ ਜੀ, ਕਿਉਂਕਿ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਪ੍ਰਭੂ, ਤੁਹਾਡਾ ਨਾਮ ਵਡਿਆਏ ਜਾਣ ਦੇ ਯੋਗ ਹੈ ਮੇਰੇ ਖੁਦਾवन ਦਾ। और प्रभु यीशु मसीह ਅਸੀਂ सब जन प्रभु तेरे सामने आने खुदावन अपने दिल ਦੀਆਂ ਗਹਿਰਾਈਆਂ ਤੋਂ ਪਰਮੇਸ਼ਰ ਤੁਹਾਨੂੰ ਧੰਨਵਾਦ ਦੀਆਂ ਭੇਟਾਂ ਚੜਾਉਂਦੇ ਹਾਂ ਪ੍ਰਭੂ ਜੀ। ਔਰ ਖੁਦਾवन ਹੋਣ ਤੁਹਾਡੀ ਕਿਰਪਾ ਸਾਡੇ ਸਭ ਜ਼ਿੰਦਗੀ ਉੱਤੇ ਹੋਏ ਪਰਮੇਸ਼ਰ। ਅਸੀਂ ਤੇਰੇ ਬੱਚੇ ਅਣਜਾਣਾ ਨਾਦਾਨ ਸਮਝੀ क्षमा करना परमेश्वर। धन्यवाद है अजय सुंदर अवसर के लिए परमेश्वर, सुंदर मौसम के लिए परमेश्वर, इस बेहतरीन समय के लिए खुदावन का धन्यवाद करते हैं प्रभु जी। और परमेश्वर और साड़ी कीती जाने वाली परमेश्वर आना तेन पसंद है परमेश्वर प्रभु जी। और होने दे परमेश्वर आत्म साढ़े साथ होके खुदावन तेरे तक प्रभु जी दुहार लगाए मेरे मात पिता परमेश्वर। तेरा धन्यवाद करते प्रार्थना सुनने के लिए परमेश्वर के सामर्थ्य लिए पवित्र नाम चुके मांगते हैं, आमीन। सो इसी ब्रदर जॉयल नाल मिल के प्रभु दी आराधना हालेलुया हालेलुया। सारे ਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਨਾਮ ਵਿੱਚ ਸਾਰਿਆਂ ਨੂੰ ਸਲਾਮ। ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ ਹਾਂ ਕਿ ਜਿਸ ਨੇ ਇਸ ਸਮੇਂ ਦਿੱਤਾ ਕਿ ਅਸੀਂ ਕੁਝ ਸਮੇਂ ਆਰਾਧਨਾ ਦੇ ਵਿੱਚ ਗੁਜ਼ਾਰ ਸਕੀਏ। ਔਰ ਨਾਲ ਹੀ ਮੈਂ ਬ੍ਰਦਰ ਜੋਰਜ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮੇਂ ਦਿੱਤਾ ਕਿ ਅਸੀਂ ਇਸ ਇਬਾਦਤ ਨੂੰ ਕੁਝ ਸਮੇਂ ਪ੍ਰਭੂ ਦੇ ਨਾਮ ਦੇ ਵਿੱਚ ਕਰ ਸਕੀਏ। ਔਰ ਆਈ ਜੋ ਵੀ ਇਸ ਵੀਡੀਓ ਦੇ ਰਾਹੀਂ ਸਾਨੂੰ ਲੋਕ ਦੇਖ ਰਹੇ ਨੇ, ਆਈ ਸਾਰੇ ਮਿਲ ਕੇ ਇਸ ਪ੍ਰਭੂ ਯਿਸੂ ਮਸੀਹ ਦੀ ਆਰਾਧਨਾ ਕਰਾਂਗੇ। दिल में बसा लिया है तुझको, रूह में समा लिया है तुझको, तू मेरा प्रिय
से मोल लिया, मेरे लिए तू मरा, सूली पे था तू चढ़ा, मेरे लिए तू मरा, सूली पे था तू चढ़ा, यीशु तू कैसा पिया, लहू से मोल लिया, तेरी तारीफ हो, तेरी तारीफ हो, तेरी तारीफ हो, हे यीशु। सभी तालियों के साथ तेरी तारीफ हो, तेरी तारीफ हो, तेरी तारीफ हो, हे यीशु। दिल में बसा लिया है तुझको, तूने समा लिया है तुझको, दिल में बसा लिया है तुझको, तूने समा लिया है तुझको, तेरी तारीफ हो, तेरी तारीफ हो, तेरी तारीफ हो, हे यीशु। तेरी तारीफ हो, तेरी तारीफ हो, तेरी तारीफ हो, हे वंदना हो अब तेरी, आराधना हो अब तेरी, वंदना हो अब तेरी, आराधना हो अब तेरी, पूजा करो मैं तेरी, आशा की नासरी, वंदना हो अब तेरी, आराधना हो अब तेरी, वंदना हो अब तेरी, आराधना हो अब तेरी, पूजा करूं मैं तेरी, आशा की नासरी, तेरी तारीफ हो, तेरी तारीफ हो, तेरी तारीफ हो, हे यीशु। सभी तालियों के साथ तेरी तारीफ हो, सभी मिलके तेरी तारीफ हो, खुदावंद का धन्यवाद करें, हे यीशु। तेरी तारीफ हो, तेरी तारीफ हो, तेरी तारीफ हो, हे यीशु। तू ही है सब कुछ मेरा, तू ही है मेरी शिफा, तू ही है सब कुछ मेरा, तू ही है मेरी शिफा, जीवन भर साथ हो, यही है मेरी दुआ, तू ही है सब कुछ मेरा, तू ही है मेरी शिफा, तू ही है सब कुछ मेरा, तू ही है मेरी शिफा, जीवन बसर साथ हो, यही है मेरी दुआ, तेरी तारीफ हो, तेरी तारीफ हो, तेरी तारीफ हो, हे यीशु। सभी तालियों के साथ तेरी तारीफ हो, तेरी तारीफ हो, तेरी तारीफ हो, हे यीशु। दिल में बसा लिया है तुझको,
ਲਈ ਪ੍ਰਭੂ ਜੋ ਅਸੀਂ ਆਰਾਧਨਾ ਕੀਤੀ ਹੈ, ਪ੍ਰਭੂ ਤੁਹਾਨੂੰ ਇਸ ਆਰਾਧਨਾ ਦੇ ਦੁਆਰਾ ਸਾਰਿਆਂ ਨੂੰ ਆਸ਼ੀਸ਼ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਸੋ ਬਹੁਤ ਬਹੁਤ ਧੰਨਵਾਦ ਬ੍ਰਦਰ ਜੋਇਲ ਜੀ। ਪ੍ਰਭੂ ਤੁਹਾਨੂੰ ਇਸੇ ਪ੍ਰਕਾਰ ਆਪਣੀ ਸੇਵਕਾਈ ਦੇ ਵਿੱਚ ਹੋਰ ਵਧਾਵੇ ਔਰ ਪ੍ਰਭੂ ਔਰ ਤੁਹਾਡੀ ਇਸੇ ਤਰ੍ਹਾਂ ਸਹਾਇਤਾ ਮਦਦ ਕਰਦਾ ਰਹੇ ਔਰ ਪਰਮੇਸ਼ਰ ਤੁਹਾਨੂੰ ਹੋਰ ਵੀ ਸੁਰੀਲੀ ਆਵਾਜ਼ ਦੇ ਔਰ ਪ੍ਰਭੂ ਤੁਹਾਡੀ ਹਰ ਇੱਕ ਚੀਜ਼ ਦੇ ਵਿੱਚ, ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੀ ਕਲੀਸਿਆ ਦੇ ਸੇਵਕਾਈ ਦੇ ਵਿੱਚ ਮਦਦ ਕਰਦਾ ਰਹੇ। ਸੋ ਹੁਣ ਸਮਾਂ ਹੈ, ਅਸੀਂ ਅੱਜ ਦੀ ਅਸੀਂ ਬਾਤ ਦੇ ਅਹਿਮ ਪੜਾਅ ਵਿੱਚ ਪਹੁੰਚ ਚੁੱਕੇ ਹਾਂ। ਅਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣਨ ਦੇ ਲਈ ਜਾ ਰਹੇ ਹਾਂ। ਅੱਜ ਸਾਡੇ ਵਿੱਚ ਪ੍ਰਭੂ ਦੀ ਆਵਾਜ਼ ਲੈ ਕੇ ਔਰ ਸਾਡੇ ਰੂਬਰੂ ਹੋਣਗੇ ਪਾਸਟਰ ਜਗਮੀਤ ਸਿੰਘ ਜੀ ਜੋ ਮੁਕਤਸਰ ਸਾਹਿਬ ਤੋਂ ਹਨ। ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਔਰ ਉਹਨਾਂ ਨੂੰ ਪ੍ਰਭੂ ਦੇ ਹੱਥਾਂ ਵਿੱਚ ਦਿਆਂਗੇ ਔਰ ਪ੍ਰਭੂ ਦੀ ਆਵਾਜ਼ ਸਾਡੇ ਨਾਲ ਸਾਂਝਾ ਕਰਨਗੇ। ਆइए ਅਸੀਂ ਸਭ ਆਪਣੇ ਅੱਖਾਂ ਨੂੰ ਬੰਦ ਕਰਕੇ ਪ੍ਰਾਰਥਨਾ ਕਰਾਂਗੇ ਔਰ ਅਗਲੇ ਸਾਰਾ ਸਮਾਂ ਪ੍ਰਭੂ ਦੇ ਹੱਥਾਂ ਵਿੱਚ ਦਿਆਂਗੇ। ਆइए ਅਸੀਂ ਪ੍ਰਾਰਥਨਾ ਕਰੀਏ। ਮਹਾਨ ਸਾਮਰਥ ਜੀਵਿਤ ਖੁਦਾਵੰਦ ਧੰਨਵਾਦ ਹੈ ਪ੍ਰਭੂ ਜੀ, ਸੱਚਮੁੱਚ ਸਾਡੀ ਕੀਤੀ ਗਈ ਆਰਾਧਨਾ ਨੂੰ ਕਬੂਲ ਕੀਤਾ ਹੈ ਪਰਮੇਸ਼ਵਰ। ਤੇਰਾ ਮਨ ਸਾਡੇ ਗੀਤਾਂ ਭਜਨਾਂ ਤੋਂ ਆਨੰਦਿਤ ਹੋਇਆ ਹੈ ਮੇਰੇ ਪਰਮੇਸ਼ਵਰ। ਤੇਰਾ ਧੰਨਵਾਦ ਕਰ ਸੱਚਮੁੱਚ ਔਰ ਇਹਨਾਂ ਗੀਤਾਂ ਭਜਨਾਂ ਤੁਹਾਨੂੰ ਮਹਿਮਾ ਦਿੱਤੀ ਹੈ ਮੇਰੇ ਮਹਾਨ ਪਿਤਾ ਪਰਮੇਸ਼ਵਰ। ਔਰ ਹੁਣ ਸਮਾਂ ਹੈ ਖੁਦਾ ਤੂੰ ਆਪਣੀ ਆਵਾਜ਼ ਆਪਣੇ ਦਾਸ ਦੇ ਸਾਡੇ ਨਾਲ ਸਾਂਝੀ ਕਰਨ ਜਾ ਰਹੇ हैं प्रभु यीशु मसीह और खुदावंद तो अपनी इच्छा ਸਾਡੇ ਤੇ ਪ੍ਰਗਟ ਕਰਨ ਦੇ ਲਈ ਸਾਰੇ ਤੇਰਾ ਧੰਨਵਾਦ ਕਰਦੇ ਹਾਂ। और प्रभु ਧੰਨਵਾਦ ਹੈ हर चीज़ ਦੇ ਲਈ और प्रभु जी ਹੋਣ ਦਿਓ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਸਾਡੇ ਸਮਝ ਲਈ ਕੰਮ ਕਰੇ ਪਰਮੇਸ਼ਰ, ਤਾਂ ਇਸ ਤੇਰੇ ਵਚਨਾਂ ਨੂੰ ਸਮਝ ਸਕੇ ਖੁਦਾਵੰਦ, ਤੇਰੀ ਆਵਾਜ਼ ਨੂੰ ਪਹਿਚਾਨ ਸਕੇ और खुदावंद तेरी आवाज़ ਨੂੰ अपनी जिंदगी च अप्लाई करिए। खुदा तेरे वचन के अनुसार अपनी जिंदगी व्यतीत करिए। तेरा धन्यवाद करते हैं, प्रार्थना सुनने से तेरा धन्यवाद, हर चीज तेरा धन्यवाद प्रभु यीशु सामर्थ चले पवित्र नाम च के मांगते हैं, आमीन। आइए इसी पास जगमीत जी को परमेश्वर की वचन सुनाइए। हालेलुया। मैं पास्टर जगमीत ਤੁਹਾਡਾ ਸਵਾਗਤ ਕਰਦਾ। ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਤੁਹਾਨੂੰ ਪਿਆਰ ਭਰਿਆ ਸਲਾਮ ਕਹਿਣਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਰਵਾਦ ਦੇਣ, ਕਿਉਂਕਿ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਸੁਣਦੇ ਹੋ। ਮੇਰੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਤੁਹਾਨੂੰ ਹੋਰ ਵੀ ਆਤਮਿਕ ਉન્નਤੀ ਦੇਣ ਔਰ ਵਚਨ ਦੁਆਰਾ ਹੋਰ ਵੀ ਮਜ਼ਬੂਤ ਕਰਨ ਔਰ ਸੰਤੁਸ਼ਟ ਕਰਨ। ਅੱਜ ਮੈਂ ਤੁਹਾਡੇ ਧਿਆਨ ਨੂੰ ਖੁਦਾ ਦੇ ਵਚਨ ਦੇ ਵੱਲ ਲੈ ਕੇ ਜਾਣਾ ਚਾਹਨਾ। ਅੱਜ ਜੋ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚ ਸਿਖਾਉਣਾ ਚਾਹਨਾ ਉਹ ਹੈ ਕੁਝ ਗੱਲਾਂ ਸਾਡੇ ਜੀਵਨ ਦੇ ਬਹੁਤ ਨਜ਼ਦੀਕ ਹਨ, ਜੋ ਸਾਡੇ ਜੀਵਨ ਦੇ ਬੂਹੇ ਤੇ ਖੜੀਆਂ ਹਨ। ਅੱਜ ਮੈਂ ਉਹਨਾਂ ਗੱਲਾਂ ਦੇ ਬਾਰੇ ਸਿਖਾਉਣਾ ਚਾਹਾਂਗਾ। ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਕੁਝ ਇੱਦਾਂ ਦੀਆਂ ਗੱਲਾਂ ਨੇ ਜੋ ਸਾਡੇ ਜੀਵਨ ਦੇ ਬੂਹੇ ਤੇ ਖੜੀਆਂ ਹੋਈਆਂ, ਕਦੋਂ ਵੀ ਸਾਡੇ ਜੀਵਨ 'ਚ ਪ੍ਰਵੇਸ਼ ਕਰ ਸਕਦੀਆਂ ਨੇ। ਕੋਈ ਸਾਡੇ ਜੀਵਨ ਦੇ ਬੂਹੇ ਤੇ ਖੜਾ ਹੋਇਆ ਪ੍ਰਭੂ ਦੇ ਲੋਗੋ, ਸ਼ਾਇਦ ਅਸੀਂ ਅਜੇ ਤੱਕ ਨਹੀਂ ਸੋਚਿਆ, ਉਹ ਸਾਡੇ ਜੀਵਨ 'ਚ ਕਦੋਂ ਵੀ ਪ੍ਰਵੇਸ਼ ਕਰ ਸਕਦਾ ਹੈ। ਜਦੋਂ ਅਸੀਂ ਬੂਹੇ ਦੀ ਗੱਲ ਕਰਦੇ ਹਾਂ ਤਾਂ ਪ੍ਰਭੂ ਦੇ ਲੋਗੋ ਉਸ ਤੋਂ ਅਸੀਂ ਇਹ ਸੋਚਦੇ ਹਾਂ ਕੋਈ ਚੀਜ਼ ਬਹੁਤ ਨਜ਼ਦੀਕ ਹੈ, ਉਹ ਕਦੋਂ ਵੀ ਸਾਡੇ ਜੀਵਨ 'ਚ ਪ੍ਰਵੇਸ਼ ਕਰ ਸਕਦੀ ਹੈ। ਖੁਦਾ ਦਾ ਵਚਨ ਕੁਝ ਗੱਲਾਂ ਨੂੰ ਸਿਖਾਉਂਦਾ ਜੋ ਸਾਡੇ ਜੀਵਨ ਦੇ ਬੂਹੇ ਦੇ ਬਹੁਤ ਨੇੜੇ ਨੇ। ਅੱਜ ਮੈਂ ਖੁਦਾ ਦੇ ਕਲਾਮ ਦੇ ਵਿੱਚ ਉਹਨਾਂ ਗੱਲਾਂ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਜੋ ਅਸੀਂ ਪਹਿਲੀ ਗੱਲ ਦੇਖਦੇ ਹਾਂ ਖੁਦਾ ਦੇ ਕਲਾਮ ਦੇ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਜੇ ਤੂੰ ਭਲਾ ਕਰੇ ਕਿ ਉਹ ਉਤਾਹਾ ਨਾ ਕੀਤਾ ਜਾਵੇ, ਜੇ ਤੂੰ ਭਲਾ ਨਾ ਕਰੇ ਤਾਂ ਪਾਪ ਬੂਹੇ ਉੱਤੇ ਸ਼ੈ ਵਿੱਚ ਬੈਠਾ ਹੋਇਆ ਹੈ। ਇਹ ਗੱਲ ਅਸੀਂ ਖੁਦਾ ਦੇ ਕਲਾਮ ਦੇ ਵਿੱਚ ਉਤਪਤੀ 4 ਦੇ 7 ਦੇ ਵਿੱਚ ਪੜ੍ਹਦੇ ਹਾਂ। ਜੇ ਤੂੰ ਭਲਾ ਨਾ ਕਰੇ ਤਾਂ ਪਾਪ ਬੂਹੇ ਉੱਤੇ ਸ਼ੈ ਵਿੱਚ ਬੈਠਾ ਹੈ। ਪਹਿਲੀ ਗੱਲ ਪ੍ਰਭੂ ਦੇ ਲੋਗੋ, ਜੋ ਸਾਡੇ ਜੀਵਨ ਦੇ ਬੂਹੇ ਵਿੱਚ ਬੈਠਾ ਹੈ ਔਰ ਕਦੋਂ ਵੀ ਪ੍ਰਵੇਸ਼ ਕਰ ਸਕਦਾ ਹੈ, ਉਹ ਪਾਪ ਹੈ। ਪਾਪ ਸਾਡੇ ਜੀਵਨ 'ਚ ਕਦੋਂ ਵੀ ਪ੍ਰਵੇਸ਼ ਕਰ ਸਕਦਾ ਹੈ, ਕਿਉਂਕਿ ਪਾਪ ਇੱਕ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦਾ ਹੈ। ਪ੍ਰਭੂ ਦੇ ਲੋਗੋ, ਇਸ ਲਈ ਖੁਦਾ ਦਾ ਵਚਨ ਚੇਤਾਵਨੀ ਦਿੰਦਾ ਹੈ ਕਿ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ, ਸਾਨੂੰ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ, ਸਾਨੂੰ ਖੁਦਾ ਦੇ ਵਚਨ ਦੇ ਨਾਲ ਭਰਪੂਰ ਰਹਿਣਾ ਚਾਹੀਦਾ ਹੈ ਔਰ ਪ੍ਰਾਰਥਨਾ ਦੇ ਵਿੱਚ ਸਾਨੂੰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਤਦ ਹੀ ਅਸੀਂ ਪਾਪ ਤੋਂ ਬਚੇ ਰਹਿ ਸਕਦੇ, ਕਿਉਂਕਿ ਪਾਪ ਜੋ ਸਾਡੇ ਦਿਲ ਦੇ ਬੂਹੇ ਤੇ ਛਿਪ ਕੇ ਬੈਠਾ ਹੋਇਆ ਹੈ, ਉਹ ਸਾਡੇ ਜੀਵਨ 'ਚ ਪ੍ਰਵੇਸ਼ ਕਰਨਾ ਚਾਹੁੰਦਾ ਹੈ। ਪ੍ਰਭੂ ਦੇ ਲੋਗੋ, ਇਹ ਗੱਲ ਸਾਫ਼ ਹੈ, ਇੱਕ ਪਾਪ ਹੀ ਹੈ ਜੋ ਸਾਨੂੰ ਪਰਮੇਸ਼ਰ ਤੋਂ ਅਲੱਗ ਕਰ ਸਕਦਾ ਹੈ। ਹੋਰ ਦੁਨੀਆ ਦੀ ਕੋਈ ਚੀਜ਼ ਸਾਨੂੰ ਪਰਮੇਸ਼ਰ ਤੋਂ ਅਲੱਗ ਨਹੀਂ ਕਰ ਸਕਦੀ।
ਜਦੋਂ ਅਸੀਂ ਦੇਖਦੇ ਹਾਂ ਆਦਮ ਔਰ ਹਵਾ ਦੇ ਜੀਵਨ ਦੇ ਬਾਰੇ, ਉਹ ਪਰਮੇਸ਼ਰ ਦੇ ਨਾਲ ਬਹੁਤ ਅੱਛੀ ਸੰਗਤੀ ਕਰ ਰਹੇ ਸੀ ਔਰ ਉਹਨਾਂ ਦਾ ਜੀਵਨ ਬਹੁਤ ਵਧੀਆ ਸੀ। ਲੇਕਿਨ ਜਦ ਹੀ ਪਾਪ ਉਹਨਾਂ ਦੇ ਜੀਵਨ 'ਚ ਆਇਆ ਤਾਂ ਪਾਪ ਨੇ ਉਹਨਾਂ ਦੇ ਜੀਵਨ ਨੂੰ ਪਰਮੇਸ਼ਰ ਤੋਂ ਅਲੱਗ ਕਰ ਦਿੱਤਾ। ਪਾਪ ਨੇ ਉਹਨਾਂ ਦੇ ਜੀਵਨ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ। ਪਾਪ ਦੇ ਕਾਰਨ ਉਹਨਾਂ ਦੀ ਸ਼ਾਂਤੀ ਖੋ ਗਈ। ਪਾਪ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਪਰੇਸ਼ਾਨੀ ਦੇ ਕਾਰਨ ਅਲੱਗ-ਅਲੱਗ ਤਰ੍ਹਾਂ ਦੇ ਦੁੱਖ ਪਰੇਸ਼ਾਨੀਆਂ ਆ ਗਏ। ਇੱਕ ਪਾਪ ਹੀ ਮੂਲ ਕਾਰਨ ਹੈ ਪ੍ਰਭੂ ਦੇ ਲੋਗੋ, ਦੁੱਖਾਂ ਔਰ ਪਰੇਸ਼ਾਨੀਆਂ ਦਾ ਔਰ ਬਹੁਤ ਸਾਰੀਆਂ ਪ੍ਰੋਬਲਮ ਦਾ ਪਾਪ ਹੀ ਕਾਰਨ ਹੈ। ਜੋ ਸਾਡੇ ਜੀਵਨ 'ਚ ਪ੍ਰੋਬਲਮਸ ਨੇ ਇਹ ਪਾਪ ਦੇ ਕਾਰਨ ਨੇ। ਇੱਕ ਪਾਪ ਹੀ ਹੈ ਜੋ ਪਰਮੇਸ਼ਰ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਖੁਦਾ ਦਾ ਵਚਨ ਸੁਚੇਤ ਕਰਦਾ ਕਿ ਪਾਪ ਜੋ ਤੁਹਾਡੇ ਜੀਵਨ ਦੇ ਬੂਹੇ ਤੇ ਬੈਠਾ ਹੋਇਆ ਹੈ, ਛਿਪ ਕੇ ਬੈਠਾ ਹੈ, ਕਦ ਤੁਹਾਡੇ ਜੀਵਨ 'ਚ ਪ੍ਰਵੇਸ਼ ਕਰ ਜਾਏ ਔਰ ਤੁਹਾਡੇ ਜੀਵਨ ਨੂੰ ਨਾਸ਼ ਕਰ ਦੇਵੇ ਔਰ ਤੁਹਾਡੇ ਜੀਵਨ 'ਚ ਦੁੱਖ ਪਰੇਸ਼ਾਨੀਆਂ ਨੂੰ ਲੈ ਕੇ ਆ ਸਕੇ, ਤੁਹਾਡੇ ਜੀਵਨ 'ਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਲੈ ਕੇ ਆ ਸਕੇ ਔਰ ਤੁਹਾਡੇ ਜੀਵਨ 'ਚ ਕਈ ਤਰ੍ਹਾਂ ਦੇ ਇੱਦਾਂ ਦੇ ਮਸਲੇ ਪੈਦਾ ਕਰਦੀ, ਤੁਸੀਂ ਉਲਝ ਜਾਓ, ਤੁਸੀਂ ਪਰੇਸ਼ਾਨ ਹੋ ਜਾਓ, ਤੁਹਾਨੂੰ ਸਮਝ ਨਾ ਆਏ। ਇਸ ਲਈ ਖੁਦਾ ਦਾ ਵਚਨ ਕਹਿੰਦਾ ਕਿ ਤੂੰ ਸੁਚੇਤ ਹੋ ਜਾ, ਪਾਪ ਤੇਰੇ ਨਜ਼ਦੀਕ ਹੈ। ਪਾਪ ਕਦੋਂ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਲਈ ਪਾਪ ਨੂੰ ਮੌਕਾ ਨਾ ਦੇਈਏ ਪ੍ਰਭੂ ਦੇ ਲੋਗੋ, ਪਾਪ ਨੂੰ ਇੰਟਰ ਨਾ ਕਰਨ ਦੇਈਏ ਪਿਤਾ ਪਰਮੇਸ਼ਰ ਦੇ ਲੋਗੋ, ਪਾਪ ਤੋਂ ਬਚੇ ਰਹੀਏ। ਇਸ ਲਈ ਆਪਣਾ ਜੀਵਨ ਅੱਛੀ ਤਰ੍ਹਾਂ ਰੱਖੀਏ। ਪਾਪ ਤੋਂ ਨਿਕਲਣ ਦੇ ਬਹੁਤ ਸਾਰੇ ਰਾਸਤੇ ਨੇ ਪਿਤਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਣ ਨੂੰ ਮਿਲਦੇ ਸਨ। ਪ੍ਰਭੂ ਦੇ ਲੋਗੋ, ਪਾਪ ਜੋ ਛਿਪ ਕੇ ਬੈਠਾ ਹੋਇਆ ਹੈ, ਇਸ ਲਈ ਸਾਵਧਾਨ ਹੋ ਜਾਈਏ, ਇਸ ਲਈ ਸੁਚੇਤ ਹੋ ਜਾਈਏ। ਪਾਪ ਨੂੰ ਮੌਕਾ ਨਾ ਦੀजिए, ਪਾਪ ਨੂੰ ਮੌਕਾ ਨਾ ਦੀजिए। ਕਿਸੇ ਵਿਅਕਤੀ ਨੇ ਕਿਹਾ ਤੁਸੀਂ ਪੰਛੀ ਨੂੰ ਆਲਣਾ ਬਣਾਉਣ ਤੋਂ ਰੋਕ ਸਕਦੇ ਹੋ, ਲੇਕਿਨ ਉਸ ਨੂੰ ਆਪਣੇ ਸਿਰ ਦੇ ਉੱਪਰ ਚੱਕਰ ਲਗਾਉਣ ਤੋਂ ਨਹੀਂ ਰੋਕ ਸਕਦੇ। ਸੱਚਮੁੱਚ ਪ੍ਰਭੂ ਦੇ ਲੋਕ ਇਸ ਤਰ੍ਹਾਂ ਪਾਪ ਸਾਡੇ ਚਾਰੋਂ ਚਾਹੇ ਛਿਪ ਕੇ ਬੈਠਾ ਹੈ, ਸਾਡੇ ਨਜ਼ਦੀਕ ਹੈ, ਚਾਹੇ ਸੰਸਾਰ ਦੇ ਚਾਰੋਂ ओर पाप ही पाप है, लेकिन ਅਸੀਂ ਉਸ ਨੂੰ ਆਪਣੇ ਜੀਵਨ 'ਚ ਪ੍ਰਵੇਸ਼ ਕਰਨ ਤੋਂ ਰੋਕ ਸਕਦੇ ਹਾਂ। ਅਸੀਂ ਕਿੱਦਾਂ ਰੋਕ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ ਪਾਪ ਨੂੰ ਪ੍ਰਵੇਸ਼ ਕਰਨ ਤੋਂ? ਅੱਜ ਮੈਂ ਖੁਦਾ ਦੇ ਕਲਾਮ ਦੇ ਵਿੱਚੋਂ ਅੱਗੇ ਜਾ ਕੇ ਦੱਸਾਂਗਾ ਕਿ ਅਸੀਂ ਪਾਪ ਨੂੰ ਆਪਣੇ ਜੀਵਨ 'ਚ ਰੋਕਣ ਦੇ ਲਈ ਕੀ ਕਰ ਸਕਦੇ ਹਾਂ। ਦੂਸਰੀ ਗੱਲ ਜੋ ਸਾਡੇ ਜੀਵਨ ਦੇ ਬੂਹੇ ਤੇ ਹੈ, ਅਸੀਂ ਉਸ ਦੇ ਬਾਰੇ ਜਾਣਾਂਗੇ। ਜਦੋਂ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਰਸੂਲਾਂ ਦੇ ਕਿਤਾਬ 5 ਦੇ ਉਸ ਦੀ 9 ਐਤ ਦੇ ਵਿੱਚ ਇਸ ਪ੍ਰਕਾਰ ਲਿਖਿਆ ਹੈ, ਤਦ ਪਤਰਸ ਨੇ ਉਹਨੂੰ ਕਿਹਾ, ਕਿਉਂ ਤੁਸੀਂ ਪ੍ਰਭੂ ਦੇ ਆਤਮਾ ਦੇ ਪ੍ਰਤਾਉਣ ਦੇ ਲਈ ਏਕਾ ਕੀਤਾ? ਵੇਖੋ ਤੇਰੇ ਭਰਤਾ ਦੇ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ ਅਤੇ ਉਹ ਤੈਨੂੰ ਬਾਹਰ ਲੈ ਜਾਣਗੇ। ਇਸ ਜਗ੍ਹਾ ਤੇ ਪਤਰਸ ਕਹਿ ਰਿਹਾ ਤੇਰੇ ਦੱਬਣ ਵਾਲਿਆਂ ਦੇ ਪੈਰ ਦਰ, ਦਰ ਦਾ ਮਤਲਬ ਬੂਹੇ ਤੇ ਹੈ। ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਪ੍ਰਭੂ ਦੇ ਲੋਗੋਂ ਹੰਨਾ ਔਰ ਸਪੀਰਾ ਨੇ ਪਰਮੇਸ਼ਰ ਦੇ ਦਾਸ ਨੂੰ ਔਰ ਪਵਿੱਤਰ ਆਤਮਾ ਦੇ ਵਿਰੁੱਧ ਕੀ ਪਾਪ ਕੀਤਾ। ਔਰ ਇਸ ਜਗ੍ਹਾ ਤੇ ਪ੍ਰਭੂ ਦਾ ਦਾਸ ਸਪਸ਼ਟ ਕਹਿ ਰਿਹਾ ਹੈ, ਪ੍ਰਭੂ ਦਾ ਦਾਸ ਕਹਿ ਰਿਹਾ ਕਿ ਤੇਰੇ ਦੱਬਣ ਵਾਲੇ ਤੇਰੇ ਬੂਹੇ ਤੇ ਆ, ਜਾਨੀ ਕਿ ਮੌਤ ਬੂਹੇ ਤੇ ਹੈ। ਪ੍ਰਭੂ ਦੇ ਲੋਗੋਂ ਮੌਤ ਸੱਚ ਹੈ, ਅਸਲ ਹੈ। ਮੌਤ ਤੋਂ ਕੋਈ ਬਚ ਨਹੀਂ ਸਕਦਾ। ਮੌਤ ਸਾਡੇ ਜੀਵਨ 'ਚ ਕਦੋਂ ਵੀ ਆ ਸਕਦੀ ਹੈ। ਮੌਤ ਦੀ ਕੋਈ ਟਾਈਮਿੰਗ ਨਹੀਂ, ਮੌਤ ਦਾ ਕੋਈ ਸਮੇਂ ਨਹੀਂ ਪ੍ਰਭੂ ਦੇ ਲੋਗੋਂ। ਇਸ ਲਈ ਮੌਤ ਸਾਡੇ ਜੀਵਨ 'ਚ ਕਦੋਂ ਵੀ ਪ੍ਰਵੇਸ਼ ਕਰ ਸਕਦੀ ਹੈ। ਮੌਤ ਤੋਂ ਕੋਈ ਬਚ ਨਹੀਂ ਸਕਦਾ। ਮੌਤ ਕਦੋਂ ਵੀ ਸਾਡੇ ਜੀਵਨ 'ਚ ਪ੍ਰਵੇਸ਼ ਕਰ ਸਕਦੀ ਹੈ। ਇਸ ਲਈ ਪ੍ਰਭੂ ਦੇ ਲੋਗੋਂ ਇਸ ਮੌਤ ਤੋਂ ਕੋਈ ਬਚ ਨਹੀਂ ਸਕਦਾ। ਖੁਦਾ ਦਾ ਵਚਨ ਕਹਿੰਦਾ ਹੈ, ਸਭ ਉਪਦੇਸ਼ਕ ਦੀ ਕਿਤਾਬ ਦੇ ਵਿੱਚ 8 ਦੀ 8 ਦੇ ਵਿੱਚ ਲਿਖਿਆ ਹੋਇਆ ਹੈ, ਕੋਈ ਆਪਣੇ ਪ੍ਰਾਣ ਨੂੰ ਨਿਕਲ ਤੋਂ ਨਹੀਂ ਬਚਾ ਸਕਦਾ। ਕੋਈ ਆਪਣੇ ਪ੍ਰਾਣ ਨੂੰ ਨਿਕਲ ਤੋਂ ਨਹੀਂ ਬਚਾ ਸਕਦਾ। ਔਰ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ, ਇਨਸਾਨ ਦੇ ਜੀਵਨ ਦਾ ਵਿਵਰਣ ਕੀਤਾ ਹੈ। ਇਨਸਾਨ ਇੱਕ ਛਾਇਆ ਦੇ ਵਾਂਗ ਚੱਲਦਾ ਫਿਰਦਾ ਹੈ। ਔਰ ਅਸੀਂ ਵੀ ਦੇਖਦੇ ਹਾਂ ਇਨਸਾਨ ਇੱਕ ਘਾਹ ਦੇ ਸਮਾਨ ਆ, ਉਹ ਸੁਬਾਹ ਫਲਦਾ ਫੁੱਲਦਾ ਔਰ ਸ਼ਾਮ ਨੂੰ ਕੱਟਿਆ ਜਾਂਦਾ ਔਰ ਮਰਝਾ ਜਾਂਦਾ ਹੈ। ਪ੍ਰਭੂ ਦੇ ਲੋਗੋਂ ਇਨਸਾਨ ਦਾ ਜੀਵਨ ਇੱਕ ਪਾਪ ਦੇ ਸਮਾਨ ਹੈ।
ਇਨਸਾਨ ਦਾ ਜੀਵਨ ਇੱਕ ਸਾਹ ਦੇ ਸਮਾਨ ਹੈ। ਇਸ ਦਾ ਕੋਈ ਭਰੋਸਾ ਨਹੀਂ ਪ੍ਰਭੂ ਦੇ ਲੋਗੋ। ਮੌਤ ਸਾਡੇ ਜੀਵਨ ਦੇ ਬੂਹੇ ਤੇ ਹੈ। ਇਸ ਲਈ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਸਾਨੂੰ ਆਪਣੇ ਜੀਵਨ ਨੂੰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਜੀਣਾ ਚਾਹੀਦਾ ਹੈ। ਸਾਨੂੰ ਪਰਮੇਸ਼ਰ ਦੀ ਭਗਤੀ ਕਰਦੇ ਹੋਏ ਜੀਵਨ ਜੀਣਾ ਚਾਹੀਦਾ ਹੈ। ਸਾਨੂੰ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਜੀਵਨ ਜੀਣਾ ਚਾਹੀਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਪਾਪ ਦੇ ਕਾਰਨ ਮੌਤ ਆਈ, ਔਰ ਮੌਤ ਸਾਡੇ ਜੀਵਨ 'ਚ ਕਦੋਂ ਵੀ ਪ੍ਰਵੇਸ਼ ਕਰ ਸਕਦੀ ਹੈ। ਪ੍ਰਭੂ ਦੇ ਲੋਗੋ, ਮੌਤ ਬੂਹੇ ਤੇ ਖੜੀ ਹੋਈ ਹੈ। ਇਹ ਕਦੋਂ ਵੀ ਆ ਸਕਦੀ ਹੈ। ਆਪਣੇ ਜੀਵਨ ਦਾ ਕਮੰਡ ਨਾ ਕਰੀਏ, ਆਪਣੀ ਤੰਦਰੁਸਤੀ ਦਾ ਕਮੰਡ ਨਾ ਕਰੀਏ। ਔਰ ਮੌਤ ਆਈ, ਔਰ ਮੌਤ ਸਾਡੇ ਜੀਵਨ 'ਚ ਕਦੋਂ ਵੀ ਪ੍ਰਵੇਸ਼ ਕਰ ਸਕਦੀ ਹੈ। ਪ੍ਰਭੂ ਦੇ ਲੋਗੋ, ਮੌਤ ਬੂਹੇ ਤੇ ਖੜੀ ਹੋਈ ਹੈ। ਇਹ ਕਦੋਂ ਵੀ ਆ ਸਕਦੀ ਹੈ। ਆਪਣੇ ਜੀਵਨ ਦਾ ਕਮੰਡ ਨਾ ਕਰੀਏ, ਆਪਣੀ ਤੰਦਰੁਸਤੀ ਦਾ ਕਮੰਡ ਨਾ ਕਰੀਏ, ਔਰ ਆਪਣੇ ਜੀਵਨ ਆਤਮਿਕ ਜੀਵਨ ਦੇ ਬਾਰੇ ਸੋਚੀਏ। ਪ੍ਰਭੂ ਦੇ ਲੋਗੋ, ਅਸੀਂ ਨਹੀਂ ਜਾਣਦੇ ਕਿ ਮੌਤ ਕਦ ਸਾਡੇ ਜੀਵਨ 'ਚ ਪ੍ਰਵੇਸ਼ ਕਰ ਜਾਏ। ਇਸ ਲਈ ਪਰਮੇਸ਼ਰ ਦਾ ਵਚਨ ਸਾਨੂੰ ਚੇਤਾਵਨੀ ਦਿੰਦਾ ਹੈ, ਸਾਡਾ ਜੀਵਨ ਬਹੁਤ ਛੋਟਾ ਹੈ ਔਰ ਇਹ ਪਤਾ ਨਹੀਂ ਕਦ ਖਤਮ ਹੋ ਜਾਏ। ਇਸ ਲਈ ਪਰਮੇਸ਼ਰ ਦੇ ਨਾਮ ਨੂੰ ਯਾਦ ਰੱਖੀਏ। ਮਰਨ ਤੋਂ ਬਾਅਦ ਕੋਈ ਭਗਤੀ ਨਹੀਂ। ਪ੍ਰਭੂ ਦੇ ਲੋਗੋ, ਮੌਤ ਦੋ ਪ੍ਰਕਾਰ ਦੀ ਹੈ। ਖੁਦਾ ਦਾ ਵਚਨ ਕਹਿੰਦਾ ਹੈ, ਇੱਕ ਆਤਮਿਕ ਮੌਤ, ਇੱਕ ਸਰੀਰਕ ਮੌਤ। ਸਰੀਰਕ ਮੌਤ ਹਰੇਕ ਮਰਦਾ ਹੈ, ਲੇਕਿਨ ਅਗਰ ਕੋਈ ਭਗਤੀ ਕਰਦਾ ਹੈ, ਪਰਮੇਸ਼ਰ ਦਾ ਨਾਮ ਲੈਂਦਾ ਹੈ, ਯਿਸੂ ਮਸੀਹ ਦਾ ਨਾਮ ਲੈਂਦਾ ਹੈ, ਤਾਂ ਉਹ ਦੂਸਰੀ ਮੌਤ ਤੋਂ ਬਚ ਜਾਏਗਾ, ਜੋ ਦੂਸਰੀ ਮੌਤ ਨਰਕ ਦੀ ਅੱਗ ਹੈ। ਪ੍ਰਭੂ ਦੇ ਲੋਗੋ, ਇਹ ਬਹੁਤ ਖਤਰਨਾਕ ਗੱਲ ਹੈ। ਅਗਰ ਅਸੀਂ ਪਾਪ ਕਰਦੇ ਔਰ ਬੁਰਾਈ ਦੇ ਵਿੱਚ ਜੀਵਨ ਜੀਂਦੇ ਮਰ ਜਾਈਏ, ਅਸੀਂ ਸਰੀਰਕ ਮੌਤ ਨੂੰ ਪ੍ਰਾਪਤ ਕਰ ਲਈਏ, ਤਾਂ ਉਸ ਤੋਂ ਬਾਅਦ ਦੂਸਰੀ ਮੌਤ ਨੂੰ ਪ੍ਰਾਪਤ ਹੋ ਜਾਵਾਂਗੇ। ਇਸ ਲਈ ਪ੍ਰਭੂ ਦੇ ਲੋਗੋ, ਦੂਸਰੀ ਮੌਤ ਤੋਂ ਬਚਣ ਦੇ ਲਈ ਇੱਕ ਰਾਸਤਾ ਹੈ। ਉਹ ਮੈਂ ਤੁਹਾਨੂੰ ਖੁਦਾ ਦੇ ਕਲਾਮ ਦੇ ਵਿੱਚੋਂ ਅੱਗੇ ਜਾ ਕੇ ਦੱਸਣਾ ਚਾਹਾਂਗਾ। ਤੀਸਰੀ ਗੱਲ ਮੈਂ ਖੁਦਾ ਦੇ ਕਲਾਮ ਦੇ ਵਿੱਚੋਂ ਦੱਸਣਾ ਚਾਹਨਾ। ਤੀਸਰੀ ਗੱਲ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੋਇਆ, ਯਾਕੂਬ ਦੀ ਪੱਤਰੀ 5:9 ਦੇ ਵਿੱਚ, ਕਿ ਨਿਆਈ ਬੂਹੇ ਤੇ ਖੜਾ ਹੋਇਆ ਹੈ। ਜਿਹੜਾ ਨਿਆਂ, ਉਹ ਸਾਡੇ ਜੀਵਨ ਦੇ ਬੂਹੇ ਤੇ ਹੈ। ਜਿਵੇਂ ਇੱਕ ਮੌਤ ਸੱਚ ਹੈ, ਬਾਈਬਲ ਦੱਸਦੀ ਹੈ, ਜਿਵੇਂ ਮੌਤ ਨਿਸ਼ਚਿਤ ਹੈ, ਉਵੇਂ ਨਿਆਂ ਦਾ ਹੋਣਾ ਨਿਸ਼ਚਿਤ ਹੈ। ਪ੍ਰਭੂ ਦੇ ਲੋਗੋ, ਸਾਡੀਆਂ ਸੋਚਾਂ ਦਾ ਨਿਆਂ ਹੋਏਗਾ, ਸਾਡੇ ਖਿਆਲਾਂ ਦਾ ਨਿਆਂ ਹੋਏਗਾ, ਸਾਡੀ ਦੇਹ ਦੇ ਕੰਮਾਂ ਦਾ ਨਿਆਂ ਹੋਏਗਾ। ਪ੍ਰਭੂ ਦੇ ਲੋਗੋ, ਸਾਡੇ ਸ਼ਬਦਾਂ ਦਾ ਨਿਆਂ ਹੋਏਗਾ। ਇਸ ਲਈ ਕਿ ਬਾਈਬਲ ਦੱਸਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀਆਂ ਸੋਚਾਂ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ, ਸ਼ਬਦਾਂ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ, ਔਰ ਆਪਣੇ ਸਰੀਰ ਦੇ ਕੰਮਾਂ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਕਿਉਂਕਿ ਇੱਕ ਦਿਨ ਸਾਡਾ ਨਿਆਂ ਹੋਏਗਾ। ਹਰੇਕ ਜਨ ਪਰਮੇਸ਼ਰ ਦੇ ਸਾਹਮਣੇ ਖੜੇਗਾ ਆਪਣੇ ਨਿਆਂ ਦੇ ਲਈ। ਪ੍ਰਭੂ ਦੇ ਲੋਗੋ, ਖੁਦਾ ਦਾ ਵਚਨ ਸਾਫ਼ ਕਹਿੰਦਾ ਹੈ, ਨਿਆਂ ਜੋ ਸਾਡੇ ਜੀਵਨ ਦੇ ਬੂਹੇ ਤੇ ਖੜਾ ਹੈ। ਪ੍ਰਭੂ ਦੇ ਲੋਗੋ, ਇਸ ਲਈ ਕਿ ਸਾਨੂੰ ਆਪਣਾ ਜੀਵਨ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਗੁਜ਼ਾਰਨਾ ਚਾਹੀਦਾ। ਇਸ ਨਿਆਂ ਤੋਂ ਬਚਣ ਦੇ ਲਈ ਸਾਡੇ ਕੋਲ ਕੀ ਰਸਤਾ ਹੈ, ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ। ਉਸ ਦੇ ਬਾਰੇ ਅਸੀਂ ਜਾਣਾਂਗੇ। ਪ੍ਰਭੂ ਦੇ ਲੋਗੋ, ਅਗਲੀ ਗੱਲ ਜੋ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ, ਤੀਸਰੀ ਗੱਲ ਜੋ ਦਿਲ ਦੇ ਬੂਹੇ ਤੇ ਹੈ, ਜੀਵਨ ਦੇ ਬੂਹੇ ਤੇ ਹੈ। ਜਦੋਂ ਪ੍ਰਕਾਸ਼ ਵਾਕਿਆ 3:20 ਦੇ ਵਿੱਚ ਦੇਖਦੇ ਹਾਂ, ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਸਾਡੇ ਦਿਲ ਦੇ ਬੂਹੇ ਤੇ ਖੜਾ ਹੋਇਆ ਹੈ। ਉਹ ਖੜਕਾ ਰਿਹਾ ਹੈ। ਪ੍ਰਭੂ ਦੇ ਲੋਗੋ, ਇਹਨਾਂ ਤਿੰਨਾਂ ਚੀਜ਼ਾਂ ਤੋਂ ਬਚਣ ਦੇ ਲਈ, ਪਾਪ ਤੋਂ ਬਚਣ ਦੇ ਲਈ, ਦੂਸਰੀ ਮੌਤ ਤੋਂ ਬਚਣ ਦੇ ਲਈ, ਔਰ ਨਿਆਂ ਤੋਂ ਬਚਣ ਦੇ ਲਈ ਸਾਨੂੰ ਯਿਸੂ ਮਸੀਹ ਨੂੰ ਅਪਣਾਉਣਾ ਪਏਗਾ। ਜੋ ਸਾਡੇ ਜੀਵਨ ਦੇ ਨਜ਼ਦੀਕ ਹੈ, ਉਸ ਨੂੰ ਆਪਣੇ ਜੀਵਨ 'ਚ ਆने ਦੀजिए। ਰੋਕੀਏ ਪਾਪ ਨੂੰ ਆਪਣੇ ਜੀਵਨ ਦੇ ਅੰਦਰੋਂ। ਉਸ ਦੂਸਰੀ ਮੌਤ ਤੋਂ ਬਚਣ ਦੇ ਲਈ ਪ੍ਰਯਾਸ ਕਰੀਏ। ਪ੍ਰਭੂ ਦੇ ਵਚਨ ਦੇ ਅਨੁਸਾਰ ਜੀਵਨ ਜੀਏ, ਔਰ ਨਿਆਂ ਤੋਂ ਬਚਣ ਦੇ ਲਈ ਪ੍ਰਭੂ ਦੀ ਭਗਤੀ ਕਰੀਏ। ਅੱਛੇ ਚਾਲ ਚੱਲਣ ਨੂੰ ਰੱਖੀਏ, ਪ੍ਰਭੂ ਦੇ ਅਨੁਸਾਰ ਆਪਣਾ ਜੀਵਨ ਜੀਏ, ਪ੍ਰਭੂ ਦੀ ਇੱਛਾ ਦੇ ਅਨੁਸਾਰ ਚੱਲੀਏ। ਤਾਂ ਪ੍ਰਭੂ ਦੀ ਇੱਛਾ ਦੇ ਅਨੁਸਾਰ ਚੱਲੀਏ ਤਾਂ ਪ੍ਰਭੂ ਯਿਸੂ ਕਹਿੰਦਾ, ਮੈਂ ਤੁਹਾਡੇ ਦਿਲ ਦੇ ਬੂਹੇ ਤੇ ਖੜਾ, ਆਪਣਾ ਬੂਹਾ ਖੋਲੋਗੇ ਦਿਲ ਦਾ ਤਾਂ ਮੈਂ ਅੰਦਰ ਆਵਾਂਗਾ।
ਅੱਜ ਆਪਣੇ ਜੀਵਨ ਨੂੰ ਤਿਆਰ ਕਰੀਏ, ਆਪਣਾ ਜੀਵਨ ਪਾਪ ਦੇ ਲਈ ਨਹੀਂ, ਨਿਆਂ ਦੇ ਲਈ, ਦੂਸਰੀ ਮੌਤ ਦੇ ਲਈ, ਲੇਕਿਨ ਯਿਸੂ ਦੇ ਲਈ ਤਿਆਰ ਕਰੀਏ। ਯਿਸੂ ਤੁਹਾਡੇ ਦਿਲ ਦੇ ਬੂਹੇ ਤੇ ਖੜਾ ਹੋਇਆ, ਉਹ ਚਾਹੁੰਦਾ ਹੈ ਆਉਣ ਦੇ ਲਈ, ਉਹ ਤੁਹਾਨੂੰ ਪ੍ਰੇਮ ਕਰਦਾ ਹੈ, ਉਹ ਤੁਹਾਨੂੰ ਸ਼ਾਂਤੀ ਦੇਣਾ ਚਾਹੁੰਦਾ ਹੈ, ਉਹ ਤੁਹਾਡੇ ਜੀਵਨ 'ਚ ਖੁਸ਼ੀਆਂ ਆਨੰਦ ਦੇਣਾ ਚਾਹੁੰਦਾ ਹੈ, ਉਹ ਤੁਹਾਨੂੰ ਉਸ ਪਾਪ ਤੋਂ ਬਚਾਉਣਾ ਚਾਹੁੰਦਾ ਜੋ ਛਿਪ ਕੇ ਤੁਹਾਡੇ ਉੱਪਰ ਹਮਲਾ ਕਰਨਾ ਚਾਹੁੰਦਾ ਹੈ, ਜੋ ਛਿਪ ਕੇ ਤੁਹਾਡੇ ਜੀਵਨ ਨੂੰ ਨਾਸ਼ ਕਰਨਾ ਚਾਹੁੰਦਾ ਹੈ, ਜੋ ਤੁਹਾਡੀਆਂ ਖੁਸ਼ੀਆਂ ਖੋਣਾ ਚਾਹੁੰਦਾ ਪਾਪ, ਜੋ ਤੁਹਾਨੂੰ ਬਰਬਾਦ ਕਰਨਾ ਚਾਹੁੰਦਾ ਹੈ, ਜੋ ਤੁਹਾਡੇ ਅੰਦਰ ਬਿਮਾਰੀਆਂ ਲੈ ਕੇ ਆਉਣਾ ਚਾਹੁੰਦਾ ਹੈ। ਪ੍ਰਭੂ ਯਿਸੂ ਮਸੀਹ ਤੁਹਾਨੂੰ ਉਸ ਪਾਪ ਤੋਂ ਬਚਾਉਣ ਦੇ ਲਈ ਬੂਹੇ ਤੇ ਹੈ। ਯਿਸੂ ਮਸੀਹ ਤੁਹਾਨੂੰ ਬਚਾਉਣ ਦੇ ਲਈ ਹੈ। ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਹੈ। प्रभु तुहानू न्याय तो बचाने के लिए है। प्रभु दूसरी मौत तो बचाने के लिए आया है। यीशु मसीह पाप तो बचाने के लिए आया है। उसने अपना खून बहा दिता, उसने अपना कतरा कतरा खून दा बहाया ताकि हरेक जन बचाया जाए, उस नरक की अग तो बचाया जाए। अज खुदा यीशु मसीह तुहानू प्रेम करता है, वो तुहानू बहुत प्रेम करता है। उसने अपनी जान तक दी, उसने कोड़े खाधे, उसने मार खाधी, उसके दाढ़ी दे वाल पट्टे गए, उसके हत्थां पैरां च किल मारे गए, उसके सिर ते कंडियां दा ताज रखा गया, इसलिए कि असी पाप तो बचाए जा सकीए, वो साडे पाप क्षमा हो जान, असी पाप चो निकल सकीए। जो पाप छिपके हमला कर रहा है, जो दीवार पर छिपया है, उस तो बच सकीए और असी उस न्याय तो बच सकीए, उस दूसरी मौत तो बच सकीए। इसलिए यीशु मसीह आए। यीशु मसीह तुहानू प्रेम करते हैं, यीशु मसीह तुहानू बचाना चाहते हैं। अज अपने जीवन च यीशु मसीह नू स्थान दीजिए। अज उस पाप नू अपने अंदर ना आन दीजिए, अज उस पाप नू मौका ना दीजिए, अज उस दूसरी मौत नू अपने जीवन च प्रवेश ना होने दीजिए। यीशु बचाने वाला है। यीशु ते विश्वास रखिए, उसकी भक्ति करिए, उसकी आराधना करिए, उसके अगे प्रार्थना करिए, उसनू अपना जीवन समर्पण करिए, उसकी इच्छा जानिए। अज यीशु मसीह तुहानू बचाने के लिए है। यीशु मसीह तुहानू बचाना चाहते प्रभु दे लोगो। यीशु मसीह तुहानू प्रेम करदे आ। उसने अपनी जान तक दी, उसने अपनी जान तक दी इसलिए कि असी बचाए जा सकिए प्रभु दे लोगो। पर यीशु मसीह सानू क्यों प्रेम करदे आ? यीशु मसीह ने सानू क्यों प्रेम किया? कभी तुसी इस गल नू सोचा है? प्रभु दे लोगो असी अपने बच्चों नू क्यों प्रेम करदे आ? क्यों करते हैं? जो असी अपने बच्चों को देखते हैं, साढ़े बच्चों के विचों सानू अपनी शक्ल दिखाई दिंदी है, तो सानू होर प्रेम आता। असी दूसरे के बच्चों को इन्ना प्रेम नहीं कर पाते जिन्ना अपने नू करते हैं, क्योंकि सानू अपने बच्चों के विचों अपनी शक्ल दिखाई दिंदी है। सानू की लगता कि बच्चा मेरे वर्गा है, सानू कोई दूसरा कह दे कि बच्चा तेरे वर्गा, उसका देखना, उसदियां अखां, उसके नैन नक्शे तेरे वर्गे, सानू बड़ी खुशी होंदी है। इसलिए बाइबल साफ कहती है यीशु मसीह इसलिए प्रेम करते प्रभु दे लोगो। परमेश्वर ने इंसान नू अपनी शक्ल ते बनाया है। जो परमेश्वर सानू देखदा है, उसनू साडे विचों अपनी शक्ल दिखाई दिंदी है। इसलिए परमेश्वर सानू बहुत प्रेम करदा प्रभु दे लोगो। अज उसनू प्रेम करिए। वो तुहाडे प्रेम दे लई प्यासा है, वो तुहाडे नाल संगति करना चाहता है, वो तुहानू बचाना चाहता दूसरी नरक दी अग तो, उस गंदक दी अग तो, उस चील तो बचाना चाहता, उस पाप तो बचाना चाहता, उस न्याय तो बचाना चाहता। यीशु मसीह अज वो तुहानू चाहता है, वो तुहाडे दिल दे बूहे ते खड़ा हो आना चाहता है। प्रभु दे लोगो तुहानू प्रेम करता है। उसने तुहाडे लई मार खाधी प्रभु दे लोगो, इसलिए मार खाधी क्योंकि प्रभु दे लोगो जब असी देखते हाँ बाइबल के अंदर पिता परमेश्वर ने साडे लई अपनी जान नू कुर्बान किया ताकि असी बचाए जा सकीए। उस ते विश्वास करने नाल असी बचाए जा सकते हाँ। पिता परमेश्वर सानू बहुत प्रेम करते हैं। यीशु मसीह ने अपनी जान दी है। अज वो साडे दिल के बूहे ते खड़ा है, उस दिल च आना चाहता है प्रभु दे लोगो। पिता परमेश्वर ने साडे लई दुख उठाया, उसका कोई गुनाह नहीं प्रभु दे लोगो। उसके हत्थां पैरां च किल मारे गए, वो साडे पाप की खातर है, क्योंकि वो साडा कर्ज उसने उठाया है। पाप साडा यीशु मसीह ने उठाया। प्रभु दे लोगो जदों किसी नू जीवन देना होवे तां उस पीड़ा का सामना करना पैंदा है। जदों माँ एक अपने बच्चे नू जीवन देना चाहती है तो उसनू बहुत वड्डी पीड़ा का सामना करना पैंदा है, तादी जीवन दे सकती है। एक मजदूर अपने बच्चों नू जीवन देने के लिए खून पसीना बहांदा है, उसके हत्थां दे विच जख्म हो जाते हैं, और अपने बच्चों नू अच्छा जीवन देना चाहता है। यीशु मसीह ने दुख उठाया, यीशु मसीह ने पीड़ा इसलिए उठाई कि तुहानू जीवन दे सके, जीवन ही नहीं लेकिन बेहतरी का जीवन दे सके। यीशु मसीह ने इसलिए पाप नू
साडे खातर उठाया और मार खाधी और अपना खून बहा दिता कि सानू जीवन मिल सके। अज प्रभु दे लोगों उस ते विश्वास करिए, उसकी भगती करिए। वो बचाना चाहता है, उसके सिवाय कोई बचाया जाए। अज खुदा यीशु मसीह तुहानू प्रेम करता है, वो तुहानू बहुत प्रेम करता है। उसने अपनी जान तक दी, उसने कोड़े खाधे, उसने मार खाधी, उसते दाढ़ी दे वाल पट्टे गए, उसते हत्थां पैरां च किल मारे गए, उसके सिर ते कंडियां दा ताज रखा गया, इसलिए कि असी पाप तो बचाए जा सकीए, वो साडे पाप क्षमा हो जान, असी पाप चों निकल सकीए। जो पाप छिपके हमला कर रहा है, जो दीवार पर छिपया है, उस तो बच सकीए और असी उस न्याय तो बच सकीए, उस दूसरी मौत तो बच सकीए। इसलिए यीशु मसीह आए। यीशु मसीह तुहानू प्रेम करते हैं, यीशु मसीह तुहानू बचाना चाहते हैं। अज अपने जीवन च यीशु मसीह नू स्थान दीजिए, अज उस पाप नू अपने अंदर ना आन दीजिए, अज उस पाप नू मौका ना दीजिए, अज उस दूसरी मौत नू अपने जीवन च प्रवेश ना होने दीजिए। यीशु बचाने वाले आ, यीशु ते विश्वास रखिए, उसकी भक्ति करिए, उसकी आराधना करिए, उसके अगे प्रार्थना करिए, उसनू अपना जीवन समर्पण करिए, उसकी इच्छा जानिए। अज यीशु मसीह तुहानू बचाने दे लिए, यीशु मसीह तुहानू बचाना चाहते प्रभु दे लोगो। यीशु मसीह तुहानू प्रेम करदे आ, उसने अपनी जान तक दी, उसने अपनी जान तक दी इसलिए कि असी बचाए जा सकिए प्रभु दे लोगो। पर यीशु मसीह सानू क्यों प्रेम करदे आ, यीशु मसीह ने सानू क्यों प्रेम किया? कदे तुसी इस गल नू सोचा है? प्रभु दे लोगो असी अपने बच्चों नू क्यों प्रेम करदे आ? क्यों करते हैं? जो असी अपने बच्चों को देखते हैं, साढ़े बच्चों के विचों सानू अपनी शक्ल दिखाई दिंदी है, तो सानू होर प्रेम आता। असी दूसरे के बच्चों को इन्ना प्रेम नहीं कर पाते जिन्ना अपने नू करते हैं, क्योंकि सानू अपने बच्चों के विचों अपनी शक्ल दिखाई दिंदी है। सानू की लगता कि बच्चा मेरे वर्गा है, सानू कोई दूसरा कह दे कि बच्चा तेरे वर्गा, उसका देखना, उसकी अखां, उसके नैन नक्शे तेरे वर्गे, सानू बड़ी खुशी होंदी है। इसलिए बाइबल साफ कहती है, यीशु मसीह इसलिए प्रेम करते प्रभु दे लोगों, परमेश्वर ने इंसान नू अपनी शक्ल ते बनाया है। जो परमेश्वर सानू देखदा है, उसनू साडे विचों अपनी शक्ल दिखाई दिंदी है। इसलिए परमेश्वर सानू बहुत प्रेम करता प्रभु दे लोगो। अज उसनू प्रेम करिए, वो तुहाडे प्रेम दे लई प्यासा है, वो तुहाडे नाल संगति करना चाहता है, वो तुहानू बचाना चाहता दूसरी नरक दी अग तो, उस गंदक दी अग तो, उस चील तो बचाना चाहता, उस पाप तो बचाना चाहता, उस न्याय तो बचाना चाहता। यीशु मसीह अज वो तुहानू चाहता है, वो तुहाडे दिल दे बूहे ते खड़ा हो आना चाहता है। प्रभु दे लोगों तुहानू प्रेम करता है, उसने तुहाडे लई मार खाधी प्रभु दे लोगों, इसलिए मार खाधी क्योंकि प्रभु दे लोगों जब असी देखते हाँ बाइबल के अंदर पिता परमेश्वर ने साडे लई अपनी जान नू कुर्बान किया ताकि असी बचाए जा सकीए, उस ते विश्वास करने नाल असी बचाए जा सकते हैं। पिता परमेश्वर सानू बहुत प्रेम करते हैं। यीशु मसीह ने अपनी जान दी है, अज वो साडे दिल के बूहे ते खड़ा है, उस दिल च आना चाहता है प्रभु दे लोगों। पिता परमेश्वर ने साडे लई दुख उठाया, उसका कोई गुनाह नहीं प्रभु दे लोगों, उसके हत्थां पैरां च किल मारे गए, वो साडे पाप की खातर है, क्योंकि वो साडा कर्ज उसने उठाया है, पाप साडा यीशु मसीह ने उठाया। प्रभु दे लोगों, जदों किसी नू जीवन देना होवे तां उस पीड़ा का सामना करना पैंदा है। जदों माँ एक अपने बच्चे नू जीवन देना चाहती है तो उसनू बहुत वड्डी पीड़ा का सामना करना पैंदा है, तादी जीवन दे सकती है। एक मजदूर अपने बच्चों नू जीवन देने दे लई खून पसीना बहांदा है, उसके हत्थां दे विच जख्म हो जाते हैं, और अपने बच्चों नू अच्छा जीवन देना चाहता है। यीशु मसीह ने दुख उठाया, यीशु मसीह ने पीड़ा इसलिए उठाई कि तुहानू जीवन दे सके, जीवन ही नहीं लेकिन बेहतरी का जीवन दे सके। यीशु मसीह ने इसलिए पाप नू साडे खातर उठाया और मार खाधी और अपना खून बहा दिता कि सानू जीवन मिल सके। अज प्रभु दे लोगों, उस ते विश्वास करिए, उसकी भक्ति करिए, वो बचाना चाहता है, उसके सिवाय कोई रास्ता नहीं। पाप तो असी किसी भी तरह नहीं बच के रह सकते, एक ही रास्ता है, यीशु मसीह सानू बचा सकता है, उसके लहू द्वारा असी बचाए जा सकते हैं। और दूसरी गल, असी दूसरी मौत तो किसी भी तरह नहीं बच सकते, उस नरक की अग तो किसी तरह नहीं बच सकते, सिर्फ कि यीशु है जिस द्वारा असी बचाए जा सकते हैं। उस न्याय तो असी बच के नहीं रह सकते, सिर्फ कि यीशु मसीह है जो सानू बचा सकते हैं। प्रभु दे लोगो, अज अपना जीवन खुदा नू दईए, अज यीशु मसीह के अनुसार चलीए, अपने जीवन दे विच उसकी मर्जी नू पूरा करिए, क्योंकि यीशु मसीह तुहाडे दिल दे बूहे ते खड़े है। अज अपने दिल दे अंदर उसनू आन दीजिए, पाप नू ना आन दीजिए,
ਨਿਆਂ ਤੋਂ ਬਚਣ ਦੇ ਲਈ ਯਿਸੂ ਮਸੀਹ ਨੂੰ ਆਉਣ ਦਿਓ ਆਪਣੇ ਦਿਲ ਦੇ ਅੰਦਰ। ਉਸ ਦੂਸਰੀ ਮੌਤ ਤੋਂ ਬਚਣ ਦੇ ਲਈ ਯਿਸੂ ਮਸੀਹ ਨੂੰ ਆਪਣੇ ਅੰਦਰ ਆਉਣ ਦਿਓ। ਯਿਸੂ ਮਸੀਹ ਅੱਜ ਤੁਹਾਨੂੰ ਪ੍ਰੇਮ ਕਰਦੇ ਆ, ਉਹ ਤੁਹਾਡੇ ਦਿਲ ਦੇ ਅੰਦਰ ਆਉਣਾ ਚਾਹੁੰਦੇ, ਉਹ ਤੁਹਾਨੂੰ ਸ਼ਾਂਤੀ ਦੇਣਾ ਚਾਹੁੰਦੇ ਆ। ਮੈਂ ਉਮੀਦ ਕਰਦਾ ਅੱਜ ਦੇ ਵਚਨ ਨੇ ਤੁਹਾਨੂੰ ਬਲੈਸ ਕੀਤਾ ਹੈ, ਔਰ ਪ੍ਰਭੂ ਤੁਹਾਨੂੰ ਬਲੈਸ ਕਰੇ। ਅੱਜ ਦੇ ਵਚਨ ਦੁਆਰਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਪ੍ਰਭੂ। ਮੈਂ ਖੁਦਾ ਦਾ ਧੰਨਵਾਦ ਕਰਦਾ, ਅੱਜ ਪ੍ਰਭੂ ਨੇ ਤੁਹਾਨੂੰ ਬਲੈਸ ਕੀਤਾ ਹੈ, ਔਰ ਪ੍ਰਭੂ ਤੁਹਾਨੂੰ ਹਮੇਸ਼ਾ ਬਲੈਸ ਕਰੇ, ਔਰ ਪ੍ਰਭੂ ਤੁਹਾਨੂੰ ਆਸ਼ੀਸ਼ ਕਰੇ।